ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੀ ਕਿ ਆਪਦੇ ਆਪ 'ਚ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਇਹ ਵਿਅਕਤੀ ਇੱਕ ਦਲਿਤ ਨੇਤਾ ਵਜੋਂ ਜਾਣੇ ਜਾਂਦੇ ਆ ਜੋ ਕਿ ਮਾਨਵ ਅਧਿਕਾਰਾਂ ਲਈ ਲੜਾਈ ਲੜਦੇ ਆ। ਇਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ, ਇਹ ਆਪਣੇ ਆਪ ਹੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਤੱਕ ਪਹੁੰਚ ਜਾਂਦੇ ਹਨ। ਆਓ ਜੀ ਮਿਲਦੇ ਹਾਂ ਅਸ਼ੋਕ ਮਹਿੰਦਰਾ ਜੀ ਨੂੰ। ਇਹਨਾਂ ਨਾਲ ਅਸੀਂ ਅੱਜ ਗੱਲ ਕਰਾਂਗੇ ਜੋ ਅੱਜ ਦੀ ਰਾਜਨੀਤੀ ਵਿੱਚ ਮੁੱਦੇ ਗਰਮਾਏ ਹੋਏ ਨੇ, ਜਿਵੇਂ ਕਿ ਵੱਖੋ-ਵੱਖ ਪਾਰਟੀਆਂ ਦਲਿਤਾਂ ਨੂੰ ਭਾਈਚਾਰਾ ਤੇ ਹੋਰ ਸਾਂਝੇਦਾਰੀ ਦੇਣ ਦੀ ਗੱਲ ਕਰਦੀਆਂ, ਪਰ ਉਹਨਾਂ ਨੂੰ ਸਮੇਂ-ਸਮੇਂ ਤੇ ਅੱਖੋਂ ਪਰੋਖਿਆ ਕੀਤਾ ਜਾਂਦਾ ਹੈ। ਅੱਜ ਕੱਲ੍ਹ ਦਲਿਤ ਭਾਈਚਾਰੇ ਨੂੰ ਸੀਐਮ ਤੇ ਡਿਪਟੀ ਸੀਐਮ ਦੀਆਂ ਗੱਲਾਂ ਹੋ ਗਈਆਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜਿੱਥੋਂ ਤੱਕ ਜਿਹੜੀ ਗੱਲ ਤੁਸੀਂ ਕੀਤੀ ਹੈ, ਆਪਾਂ ਗੱਲ ਜਿਹੜੀ ਕੀਤੀ ਹੈ ਕਿ ਸੀਐਮ ਡਿਪਟੀ ਸੀਐਮ ਵੱਖ-ਵੱਖ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਕਹਿ ਰਹੀਆਂ ਕਿ ਜਿਹੜਾ ਸ਼ਡਿਊਲ ਕਾਸਟ ਕਮਿਊਨਿਟੀ ਹੈ, ਇਹ ਜਿਹੜਾ ਸਮਾਜ ਹੈ ਜਿਹਨੂੰ ਦਲਿਤ ਦਬਿਆ ਕੁਚਲਿਆ ਲਤਾੜਾ ਕਿਹਾ ਜਾਂਦਾ ਹੈ, ਇਹ ਦੇਖੋ ਦੇਸ਼ ਨੂੰ ਆਜ਼ਾਦ ਹੋਇਆ 72-73 ਸਾਲ ਹੋ ਗਏ ਹੈ। ਅੱਜ ਤੱਕ ਪੰਜਾਬ ਦੇ ਵਿੱਚ ਖਾਸ ਕਰਕੇ ਕੋਈ ਸੀਐਮ ਪੰਜਾਬ ਦੇ ਵਿੱਚ ਨਹੀਂ ਬਣਿਆ। ਹੁਣ ਕੀ ਲੋੜ ਪਈ ਸੀਐਮ ਬਣਾਉਣ ਦੀ, ਕੀ ਲੋੜ ਪਈ ਡਿਪਟੀ ਸੀਐਮ ਬਣਾਉਣ ਦੀ? ਅੱਜ ਸ਼ਡਿਊਲ ਕਾਸਟ ਦੀ ਆਬਾਦੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਜੇ ਵੋਟ ਬੈਂਕ ਹੈ 40% ਦੇ ਕਰੀਬ ਅੱਜ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਵੋਟ ਪਰਸੈਂਟ ਹੈ। ਅੱਜ ਇਹਨਾਂ ਰਾਜਨੀਤਿਕ ਲੋਕਾਂ ਨੂੰ ਜਿਹੜਾ ਸ਼ਡਿਊਲ ਕਾਸਟ ਦਲਿਤ ਸਮਾਜ ਜਿਹੜਾ ਅੱਜ ਯਾਦ ਆ ਗਿਆ, ਇਹਨਾਂ ਨੂੰ ਪਹਿਲਾਂ ਕਦੇ ਕਿਉਂ ਨਹੀਂ ਯਾਦ ਆਇਆ? ਸੋ ਇਸ ਕਰਕੇ ਸਿਰਫ ਵੋਟ ਬੈਂਕ ਨਾਲ ਹੀ ਇਹਨਾਂ ਨੂੰ ਮਤਲਬ ਹੈ, ਇਹਨਾਂ ਨੂੰ ਰਾਜ ਭਾਗ ਦੇਣ ਦੀ ਗੱਲ ਕਰ ਰਹੀ ਹੈ। ਤਾਂ ਮੈਂ ਸਮਝਦਾ ਕਿ ਕਦੇ ਵੀ ਕਿਸੇ ਵੀ ਤੁਸੀਂ ਵਿਧਾਨ ਸਭਾ 'ਚ ਲੈ ਲਓ, ਪਾਰਲੀਮੈਂਟ ਦੇ ਵਿੱਚ ਲੈ ਲਓ, ਕਿੰਨੇ ਪੰਜਾਬ ਦੇ ਲੋਕਾਂ ਨੇ ਨੁਮਾਇੰਦਗੀ ਕੀਤੀ ਹੈ? ਮੈਂ ਸਮਝਦਾ ਕਿ ਜ਼ੀਰੋ ਮਾਤਰ ਹੈ। ਡਾਕਟਰ ਅੰਬੇਦਕਰ ਦਾ ਜਨਮ ਦਿਨ ਇਸ ਵਾਰ ਸਾਰੇ ਭਾਈਚਾਰੇ ਨੇ ਮਨਾਇਆ ਜੀ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਮਨਾਇਆ, ਜਦ ਕਿ ਪਹਿਲਾਂ ਅਜਿਹਾ ਨਹੀਂ ਕਰਦੇ ਸੀ ਕੋਈ ਵੀ। ਇਸ ਵਾਰ ਕੀ ਜ਼ਰੂਰਤ ਪਈ ਕਿ ਇਹ ਮਨਾਉਣਾ ਪਏ? ਇਹ ਦੇਖੋ, ਭਾਰਤ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਇਹ ਇੱਕ ਵਰਗ ਦੇ ਤਾਂ ਨਹੀਂ ਹੈ। ਜੇ ਆਪਾਂ ਕਹਿ ਲਈਏ ਇਹ ਓਨਲੀ ਫਾਰ ਸ਼ਡਿਊਲ ਕਾਸਟ ਲੋਕਾਂ ਦੇ ਹੈ। ਇਹ ਜਿਹੜਾ ਸਾਡਾ ਸੰਵਿਧਾਨ ਹੈ, ਜਿਹਦੇ ਸੰਵਿਧਾਨ ਦੇ ਨਿਰਮਾਤਾ ਹੋਇਆ, ਉਹ ਹਰ ਵਰਗ ਦਾ ਹੈ। ਜੇ ਮਾਨ ਸਨਮਾਨ ਦੀ ਗੱਲ ਕੀਤੀ ਹੈ, ਜੇ ਔਰਤ ਦੇ ਮਾਨ ਸਨਮਾਨ ਦੀ ਗੱਲ ਕੀਤੀ ਹੈ, ਤਾਂ ਬਾਬਾ ਸਾਹਿਬ ਨੇ ਹਰ ਵਰਗ ਦੀ ਔਰਤ ਦੀ ਮਾਨ ਦੇ ਸਨਮਾਨ ਦੀ ਗੱਲ ਕੀਤੀ ਹੈ, ਚਾਹੇ ਉਹ ਐਸਸੀ ਦੀ ਹੈ, ਚਾਹੇ ਬੀਸੀ ਦੀ ਹੈ, ਚਾਹੇ ਉਹ ਜਰਨਲ ਵਰਗ ਦੀ ਹੈ। ਪਰ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕੀ ਲੋੜ ਪਈ? ਲੋੜ ਕਿਉਂ ਪਈ? ਜੇ ਅੱਜ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ, ਜੇ ਕਿਸਾਨ ਅੰਦੋਲਨ ਅੱਜ ਦੇਸ਼ ਦੇ ਵਿੱਚ ਚੱਲ ਰਿਹਾ ਹੈ ਤਾਂ ਉਹ ਸੰਵਿਧਾਨ ਦੀ ਬਦੌਲਤ ਚੱਲ ਰਿਹਾ ਹੈ, ਨਾ ਕਿ ਕਿਸੇ ਪੋਲੀਟੀਕਲ ਦੀ ਸ਼ਹਿ 'ਤੇ ਚੱਲ ਰਿਹਾ ਜਾਂ ਕਿਸੇ ਦੀ ਛਤਰ ਛਾਇਆ 'ਚ ਚੱਲ ਰਿਹਾ। ਇਹ ਸਾਡਾ ਮੌਲਿਕ ਅਧਿਕਾਰ ਹੈ ਆਪਣੀ ਆਵਾਜ਼ ਉਠਾਉਣ ਦਾ, ਤੇ ਉਹ ਹਰ ਇੱਕ ਵਰਗ ਨੂੰ ਹੈ। ਜੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ, ਉਹ ਜਿਹੜੇ ਬਿੱਲ ਲਿਆਂਦੇ ਆ ਕੇਂਦਰ ਸਰਕਾਰ ਨੇ, ਉਹਦੇ ਖਿਲਾਫ ਅੰਦੋਲਨ ਕਰਨ ਦਾ, ਸੜਕਾਂ ਤੇ ਬੈਠਣ ਦਾ ਜੇ ਕੋਈ ਮਾਨ ਸਨਮਾਨ ਦਿੰਦਾ, ਅਧਿਕਾਰ ਦਿੰਦਾ ਤਾਂ ਕੇਵਲ ਸੰਵਿਧਾਨ ਦਿੰਦਾ ਹੈ। ਰਹਿ ਗਈ ਗੱਲ ਕਿਉਂ ਲੋੜ ਪਈ, ਇਹ ਗੱਲ ਅਸੀਂ ਬਹੁਤ ਦੇਰ ਦੇ ਕਹਿੰਦੇ ਆ ਰਹੇ ਹਾਂ, ਵੱਖ-ਵੱਖ ਮੰਚਾਂ ਤੇ ਕਹਿੰਦੇ ਆ ਰਹੇ ਹਾਂ। ਹਰ ਬਾਬਾ ਸਾਹਿਬ ਦਾ ਪ੍ਰੀ ਨਿਰਮਾਣ ਦਿਵਸ ਹੋਵੇ, ਚਾਹੇ ਉਹਨਾਂ ਦਾ ਜਨਮ ਦਿਨ ਹੋਵੇ, ਅੱਜ ਬਾਬਾ ਸਾਹਿਬ ਦੀ 130ਵੀਂ ਜਯੰਤੀ ਬਣਾਈ, ਹਰ ਵਰਗ ਨੇ ਬਣਾਈ, ਹਰ ਸਮਾਜ ਨੇ ਬਣਾਈ। ਸੋਸ਼ਲ ਮੀਡੀਆ ਤੇ ਤੁਸੀਂ ਦੇਖੋ 130ਵੀਂ ਜਯੰਤੀ ਤੋਂ ਪਹਿਲਾਂ ਉਹਦਾ ਅੰਕੜਾ ਦੇਖ ਲਓ ਤੇ ਹੁਣ ਦਾ ਅੰਕੜਾ ਦੇਖ ਲਓ, ਹਰ ਵਰਗ ਨੇ ਬਣਾਈ। ਇੱਥੋਂ ਤੱਕ ਕਿ ਕਿਸਾਨ ਅੰਦੋਲਨ, ਜਿਹੜੇ ਕਿਸਾਨਾਂ ਦੇ ਅੰਦੋਲਨ ਚੱਲ ਰਿਹਾ, ਚਾਹੇ ਉਹ ਕਿਸੇ ਵੀ ਬਾਰਡਰ ਤੇ ਚੱਲ ਰਿਹਾ, ਉੱਥੇ ਵੀ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ। ਕਿਉਂ ਕੀਤਾ ਗਿਆ? ਕਿ ਅੱਜ ਸਾਡੇ ਦੇਸ਼ ਦੇ ਲੋਕਾਂ ਦੀ ਸਮਝ ਬਣ ਚੁੱਕੀ ਹੈ ਕਿ ਸੰਵਿਧਾਨ ਤੋਂ ਬਗੈਰ, ਬਾਬਾ ਸਾਹਿਬ ਦੀ ਵਿਚਾਰਧਾਰਾ ਤੋਂ ਬਗੈਰ ਅਸੀਂ ਕਾਮਯਾਬ ਨਹੀਂ ਹਾਂ। ਜੇ ਸੰਵਿਧਾਨ ਹੈ ਤਾਂ ਅਸੀਂ ਕਾਮਯਾਬ ਹਾਂ। ਇਸ ਕਰਕੇ ਲੋੜ ਪਈ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਜਾਂ ਹੋਰ ਵੀ ਕੋਈ ਵੀ ਪਾਰਟੀ ਆ, ਉਹ ਦਲਿਤਾਂ ਨੂੰ ਹਿੱਸੇਦਾਰੀ ਦੇਣ ਦੀ ਗੱਲ ਕਰਦੀਆਂ। ਉਹਦੇ ਬਾਰੇ ਤੁਸੀਂ ਕਿੰਨਾ ਕੁ ਮੰਨਦੇ ਹੋ ਵੀ ਕੀ ਉਹ ਕਰਨਗੇ? ਦੇਖੋ, ਇਹ ਬਹੁਤ ਵਧੀਆ ਗੱਲ ਹੈ
ਜੇ ਦਲਿਤਾਂ ਦੀ ਅਸੀਂ ਰਾਜਨੀਤਿਕ ਦਾ ਜਿਹੜਾ ਗਰਾਫ ਹੈ ਜੇ ਉੱਪਰ ਚੁੱਕਣਾ ਚਾਹੁੰਦੀਆਂ ਇਹ ਰਾਜਨੀਤਿਕ ਪਾਰਟੀਆਂ ਤਾਂ ਬਹੁਤ ਵਧੀਆ, ਮੈਂ ਉਹਨਾਂ ਦਾ ਸਤਿਕਾਰ ਕਰਦਾ। ਪਰ ਤੁਸੀਂ ਪਿੱਛੇ ਅੰਕੜਾ ਦੇਖੋ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਦੇਸ਼ ਨੂੰ ਆਜ਼ਾਦ ਹੋਇਆ ਜੇ ਪਹਿਲੇ ਕਾਨੂੰਨ ਮੰਤਰੀ ਬਣੇ ਹੈ ਦੇਸ਼ ਦੇ ਬਾਬਾ ਸਾਹਿਬ ਬਣੇ ਹੈ। ਉਸ ਤੋਂ ਬਾਅਦ ਜੇ ਅਸੀਂ ਰਾਜ ਭਾਗ ਦੀ ਗੱਲ ਕਰਦੇ ਆ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਬਣੇ ਆ। ਪਰ ਉਸ ਤੋਂ ਬਾਅਦ ਦੱਸੋ ਕਿੱਥੇ? ਜੇ ਪੰਜਾਬ ਦੀ, ਮੈਂ ਪੰਜਾਬ ਦੀ ਗੱਲ ਕਰਦਾ, ਪੰਜਾਬ 'ਚ ਅਸੀਂ ਰਹਿੰਦੇ ਆ, ਪੰਜਾਬ 'ਚ ਕਿੰਨੀ ਕੁ ਰਾਜ ਭਾਗ, ਕਿੰਨੀ ਕੁ ਹਿੱਸੇਦਾਰੀ ਦਿੱਤੀ ਹੈ? ਦੇਖੋ, ਇਹ ਸਿਰਫ ਕੇਵਲ ਵੋਟ ਬੈਂਕ ਹੈ। ਇਹ ਵੋਟ ਬੈਂਕ ਸਮਾਜ ਨੂੰ ਜਿਹੜਾ ਇੱਕ ਝਾਂਸਾ ਦੇਣਾ ਹੈ। ਪਰ ਇਹ ਅੱਜ ਸਮਝ ਉਹਨਾਂ ਲੋਕਾਂ ਦੇ, ਰਾਜਨੀਤਿਕ ਲੋਕਾਂ ਦੇ ਆ ਚੁੱਕੀ ਹੈ ਕਿ ਇਸ ਵਰਗ ਤੋਂ ਬਗੈਰ ਰਾਜ ਭਾਗ ਨਹੀਂ ਆਉਣਾ। ਇਸ ਵਰਗ ਨੂੰ 40% ਦੇ ਕਰੀਬ ਇਹ ਵੋਟ ਬੈਂਕ ਪੰਜਾਬ ਦੇ ਵਿੱਚ ਹੈ। ਇਹਦੇ ਤੋਂ ਬਗੈਰ ਸਰਕਾਰ ਨਹੀਂ ਬਣਨੀ, ਇਹ ਮਜਬੂਰ ਹੋ ਚੁੱਕੀ ਹੈ। ਉਹ ਦੂਜੇ ਇੱਕ ਪਾਸੇ ਤੋਂ ਗੱਲ ਕਰਦੇ ਵੀ ਅਸੀਂ ਹਿੱਸੇਦਾਰੀ ਦੇਣੀ ਹੈ, ਦੂਜੇ ਪਾਸੇ ਮੁਕਤਸਰ ਨਗਰ ਕੌਂਸਲ ਦੀ ਗੱਲ ਕਰੇ ਜਿਹਦੀ ਅੱਜ ਹੀ ਚੋਣ ਹੋਈ ਆ ਜੀ, ਉਹਦੇ 'ਚ ਐਸਸੀ ਭਾਈਚਾਰੇ ਨੂੰ ਵੈਸੇ ਹੀ ਅੱਖੋਂ ਪਰੋਖੇ ਕੀਤਾ ਗਿਆ। ਉਹਦੇ 'ਚ ਨਾ ਤਾਂ ਪ੍ਰਧਾਨ ਨਾ ਵਾਈਸ ਪ੍ਰਧਾਨ, ਕਿਸੇ ਨੂੰ ਵੀ ਕੋਈ ਨੁਮਾਇੰਦਗੀ ਨਹੀਂ ਦਿੱਤੀ। ਦੇਖੋ, ਇਹ ਗੱਲ ਬਿਲਕੁਲ ਤੁਹਾਡੀ ਵਧੀਆ ਹੈ, ਤੁਸੀਂ ਮੈਨੂੰ ਇਹ ਯਾਦ ਕਰਾਈ ਹੈ ਗੱਲ। ਪਰ ਮੇਰੇ ਪਹਿਲਾਂ ਵੀ ਜ਼ਿਹਨ 'ਚ ਸੀ। ਮੈਂ ਇਸ ਗੱਲ ਦਾ ਇੱਕ ਜਿਹੜੀ ਪੰਜਾਬ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਿਹਾ ਕਿ ਵੱਧ ਤੋਂ ਵੱਧ ਜਿਹੜੀ ਹਿੱਸੇਦਾਰੀ ਹੈ, ਸ਼ਡਿਊਲ ਕਾਸਟ ਲੋਕਾਂ ਨੂੰ ਨੁਮਾਇੰਦਗੀ ਮਿਲੂਗੀ ਰਾਜ ਸੱਤਾ ਦੇ ਵਿੱਚ। ਉਹਨਾਂ ਦਾ ਵਿਕਾਸ ਜਿਹੜਾ ਉੱਚਾ ਚੁੱਕਿਆ ਜਾਊਗਾ। ਬਠਿੰਡੇ ਦੀ ਗੱਲ ਮੈਨੂੰ ਕੁਝ ਸਾਥੀਆਂ ਨੇ ਕੀਤੀ, ਉੱਥੇ ਵੀ ਨਹੀਂ ਮਿਲੀ। ਇਸ ਤੋਂ ਪਹਿਲਾਂ ਉੱਥੇ ਜਿਹੜਾ ਮੇਅਰ ਸੀ ਉਹ ਸ਼ਡਿਊਲ ਕਾਸਟ ਸੀਗਾ। ਪਰ ਰਹਿ ਗਈ ਸ੍ਰੀ ਮੁਕਤਸਰ ਸਾਹਿਬ ਦੀ ਗੱਲ, ਇਹ ਬਹੁਤ ਮਾੜੀ ਗੱਲ ਹੈ। ਮੈਂ ਕਹਿਣਾ ਕਿ ਇੱਥੋਂ ਦਾ ਜਿਹੜਾ ਲੀਡਰਸ਼ਿਪ ਹੈ ਇਹਦੇ ਤੇ ਵਿਚਾਰ ਕਰੇ। ਇੱਥੇ ਸ਼ਡਿਊਲ ਕਾਸਟ ਨਗਰ ਕੌਂਸਲ ਦੇ ਮੈਂਬਰ ਹੈ, ਇੱਥੇ ਸ਼ਡਿਊਲ ਕਾਸਟ ਔਰਤਾਂ ਨਗਰ ਕੌਂਸਲ 'ਚ ਮੈਂਬਰ ਹੈ। ਘੱਟੋ ਘੱਟ ਪ੍ਰਧਾਨਗੀ ਨਹੀਂ ਤਾਂ ਵਾਈਸ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਜਾਂ ਵਾਈਸ ਪ੍ਰਧਾਨ ਜਿਹੜਾ ਜ਼ਰੂਰ ਲਗਾਉਣਾ ਚਾਹੀਦਾ। ਇਸ ਮੁਕਤਸਰ ਦੇ ਵਿੱਚ ਇਹ ਇਤਿਹਾਸਕ ਸ਼ਹਿਰ ਹੈ, ਇੱਥੇ ਮਾਣ ਸਨਮਾਨ ਦੀ ਗੱਲ ਹੈ। ਇਸੇ ਧਰਤੀ ਤੇ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਨਮਾਨਤਾ ਦੀ ਗੱਲ ਕੀਤੀ ਹੈ। ਉਹਨਾਂ ਦਾ ਨਾਅਰਾ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਇਨਨ ਸਿੱਖਣ ਕੋ ਦੂਮੈ ਪਾਤਸ਼ਾਹੀ। ਤਾਂ ਉਸ ਗੱਲ ਨੂੰ ਅਪਣਾਉਂਦਿਆਂ ਮੈਂ ਕਾਂਗਰਸ ਦੀ ਲੀਡਰਸ਼ਿਪ ਨੂੰ ਕਹਾਂਗਾ ਕਿ ਉਹ ਵਿਚਾਰ ਕਰਨ ਕਿ ਸ਼ਡਿਊਲ ਕਾਸਟ ਭਾਈਚਾਰੇ ਨੂੰ ਨਗਰ ਕੌਂਸਲ ਦੇ ਵਿੱਚ ਨੁਮਾਇੰਦਗੀ ਦਿੱਤੀ ਜਾਵੇ ਤਾਂ ਜੋ ਇਸ ਪਵਿੱਤਰ ਸ਼ਹਿਰ ਦਾ ਜਿਹੜਾ ਵਧੀਆ ਵਿਕਾਸ ਹੋ ਸਕੇ, ਸਮਾਨਤਾ ਦੀ ਗੱਲ ਹੋ ਸਕੇ। ਤੁਸੀਂ ਇਹ ਨਹੀਂ ਮੰਨਦੇ ਇਹਦੇ ਲਈ ਕੁਝ ਦਲਿਤ ਭਾਈਚਾਰਾ ਆਪ ਵੀ ਕੋਈ ਦੋਸ਼ੀ ਆ? ਕਿਉਂਕਿ ਦਲਿਤ ਭਾਈਚਾਰੇ ਦੀ ਕਿੰਨੀ ਤਾਦਾਦ ਆ, ਪਰ ਇਹ ਇਕੱਠਾ ਫਿਰ ਵੀ ਨਹੀਂ ਹੁੰਦਾ। ਦੇਖੋ, ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਅਸੀਂ ਪਿੱਛੇ ਅੰਕੜੇ ਦੀ ਗੱਲ ਕਰਦੇ ਆ, ਜਦੋਂ SC/ST ਐਕਟ, ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਨੂੰ ਖਤਮ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ, ਤਾਂ ਇਸ ਮੁਕਤਸਰ ਇਲਾਕੇ ਦੇ ਵਿੱਚ ਸਮੁੱਚਾ ਭਾਈਚਾਰਾ, ਉਹਨਾਂ ਨੇ ਕਦੇ ਇਹ ਨਹੀਂ ਦੇਖਿਆ, ਇੱਥੋਂ ਤੱਕ ਕਿ ਜਰਨਲ ਵਰਗ ਵੀ ਉਹ ਉਸ ਅੰਦੋਲਨ ਦੇ ਵਿੱਚ ਸੀ। ਪੰਜਾਬ ਦੇ ਵਿੱਚ 39 ਕਾਸਟਾਂ ਸੀਗੀਆਂ, 39 ਕਾਸਟਾਂ ਨੇ ਪੂਰਾ ਅੰਦੋਲਨ ਕੀਤਾ। ਖਾਸ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਮੁੱਚਾ SC ਭਾਈਚਾਰਾ ਇੱਕ ਲੜੀ ਦੇ ਵਿੱਚ ਸੀਗਾ। ਇਸੇ ਗੱਲ ਨੂੰ ਲੈ ਕੇ ਜਿਹੜੀ ਗੱਲ ਅਸੀਂ ਕਰਦੇ ਆ ਕਿ ਉਹ ਵੀ ਏਕੇ ਦੇ ਵਿੱਚ ਨਹੀਂ ਹੈ। ਇਹ ਕੁਝ ਰਾਜਨੀਤਿਕ ਲੋਕ ਨੇ, ਉਹ ਉਹਨਾਂ ਨੂੰ ਵੰਡੀ ਜਿਹੜੀ ਪਾ ਰਹੇ ਨੇ, ਉਹਨਾਂ ਨੂੰ ਵੰਡ ਰਹੇ ਨੇ। ਉਹਨਾਂ ਦੀ ਜਿਹੜੀ ਹਿੱਸੇਦਾਰੀ ਹੈ ਉਹ ਨਾ ਮਿਲ ਸਕੇ, ਉਹਨਾਂ ਨੂੰ ਗਰੁੱਪਾਂ ਦੇ ਵਿੱਚ ਵੰਡਿਆ ਗਿਆ, ਉਹਨਾਂ ਨੂੰ ਸੈੱਲਾਂ ਦੇ ਵਿੱਚ ਵੰਡਿਆ ਗਿਆ, ਜਿਹਦੇ ਵਿੱਚ ਮੈਂ ਮੰਨਦਾ ਕੁਝ ਹੱਦ ਤੱਕ ਜਿਹੜੇ ਭਾਈਚਾਰੇ ਦਾ, ਸਮਾਜ ਦਾ ਵੀ ਜਿਹੜਾ ਕਸੂਰ ਹੈ ਕਿ ਉਹ ਇੱਕ ਲੜੀ ਦੇ ਵਿੱਚ ਨਹੀਂ ਹੈ, ਉਹ ਇੱਕ ਸੂਤਰ ਦੇ ਵਿੱਚ ਨਹੀਂ ਹੈ। ਜਿਹੜਾ ਸੂਤਰ ਬਾਬਾ ਸਾਹਿਬ ਨੇ ਬਣਾਇਆ ਸੀ, ਜਿਹਨੂੰ ਅਸੀਂ ਸ਼ਡਿਊਲ ਕਾਸਟ ਕਹਿੰਦੇ ਆ, ਰਾਜ ਭਾਗ ਤਾਈਓ ਆਊਗਾ ਜੇ ਸਾਡਾ ਸਮਾਜ ਇੱਕ ਲੜੀ ਦੇ ਵਿੱਚ ਆਊਗਾ। ਇਹ ਕਮੀਆਂ ਜਿਹੜੀਆਂ ਤੁਸੀਂ ਕਿਹਾ, ਜਿਹੜੀਆਂ ਇਹ ਅਸੀਂ ਮੰਨਦੇ ਹਾਂ, ਇਹ ਕੁਝ ਕਮੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਾਜ ਨੂੰ ਇੱਕ ਲੜੀ ਦੇ ਵਿੱਚ, ਰਾਜ ਸੱਤਾ ਦੇ ਵਿੱਚ ਅੱਗੇ ਲਿਆਉਣ ਦੇ ਵਿੱਚ ਕਾਮਯਾਬ ਹੋਣ ਦੀ ਜਿਹੜੀ ਹੈ ਸਾਡੀ ਕੋਸ਼ਿਸ਼ ਹੋਊਗੀ। ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦਾ ਅੰਦੋਲਨ ਚੱਲ ਰਿਹਾ ਇਸ ਟਾਈਮ, ਉਹਨੂੰ ਲੰਮਾ ਸਮਾਂ ਹੋ ਗਿਆ, ਉਹਦੇ ਬਾਰੇ ਕੋਈ ਗੱਲ? ਦੇਖੋ, ਮੈਂ ਪਹਿਲਾਂ ਵੀ ਮੈਨੂੰ ਵੀ ਮੌਕਾ ਮਿਲਿਆ ਉਸ ਮੰਚ ਤੇ ਬੋਲਣ ਦਾ। ਮੈਂ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ। ਮੈਂ ਕਹਿ ਰਿਹਾ ਕਿ ਅੱਜ ਸਾਡਾ ਜਿਹੜਾ ਕਿਸਾਨ ਅੰਨਦਾਤਾ ਹੈ,
ਇਹ ਸਾਡਾ ਕਿਸਾਨ ਅੰਨਦਾਤੇ ਨੂੰ ਅੱਜ ਇਹ ਚੀਜ਼ ਦਾ ਭਲੀ ਭਾਂਤੀ ਪਤਾ ਲੱਗ ਚੁੱਕਾ ਹੈ ਕਿ ਸੰਵਿਧਾਨ ਤੋਂ ਬਗੈਰ, ਬਹੁਗਿਣਤੀ ਲੋਕਾਂ ਤੋਂ ਬਗੈਰ, ਸ਼ਡਿਊਲ ਕਾਸਟ ਲੋਕਾਂ ਤੋਂ ਬਗੈਰ ਅੰਦੋਲਨ ਨਹੀਂ ਹੋਣਾ, ਕਾਮਯਾਬੀ ਨਹੀਂ ਮਿਲਣੀ। ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਕੇਂਦਰ ਸਰਕਾਰ ਨੇ ਉਹ ਨਿੰਦਣਯੋਗ ਹੈ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ, ਤੁਹਾਡਾ ਨਿੱਜੀ ਹਿੱਤ ਇਹਦੇ ਵਿੱਚ ਨਹੀਂ ਹੈ। ਜੇ ਤੁਹਾਡਾ ਨਿੱਜੀ ਹਿੱਤ ਦੇ ਵਿੱਚ ਨਹੀਂ ਹੈ ਤਾਂ ਦੇਸ਼ ਦਾ ਜਿਹੜਾ ਆਵਾਮ ਹੈ, ਦੇਸ਼ ਦੇ ਜਿਹੜੇ ਲੋਕ ਹੈ, ਉਹ ਜਦੋਂ ਇਸ ਕਾਨੂੰਨ ਨੂੰ ਨਹੀਂ ਪਸੰਦ ਕਰਦੇ ਤਾਂ ਤੁਹਾਡਾ ਕੀ ਨਿੱਜੀ ਇਹਦੇ ਵਿੱਚ ਹੈ। ਤਾਂ ਤੁਹਾਨੂੰ ਜਿਹੜੇ ਕਾਨੂੰਨ ਜਿਹੜੇ ਆ ਰੋਜ਼ ਜਿਹੜੇ ਅੰਦੋਲਨ ਹੁੰਦੇ ਆ, ਕਿਸਾਨ ਰੋਜ਼ ਮਰ ਰਹੇ ਆ, ਹਜ਼ਾਰਾਂ ਲਾਸ਼ਾਂ ਜਿਹੜੀਆਂ ਅੱਜ ਜਿਹੜੀ ਚਲੀਆਂ ਗਈਆਂ ਕਿਸਾਨਾਂ ਦੀਆਂ, ਸ਼ਹੀਦ ਹੋ ਗਏ ਕਿਸਾਨ। ਤਾਂ ਇਹਦੇ ਵਿੱਚ ਮੋਦੀ ਸਾਹਿਬ ਨੂੰ ਚਾਹੀਦਾ, ਮੈਂ ਨਿੱਜੀ ਤੌਰ ਤੇ ਜੇ ਮੋਦੀ ਸਾਹਿਬ ਨੂੰ ਮੈਂ ਮਿਲਾਂ ਤਾਂ ਮੈਂ ਮੋਦੀ ਸਾਹਿਬ ਨੂੰ ਇਹੀ ਕਹੂੰਗਾ, ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਕਿਸੇ ਇੱਕ ਪਾਰਟੀ ਦੇ ਨੁਮਾਇੰਦੇ ਹੋ। ਇਹ ਦੇਸ਼ ਤੁਹਾਡਾ ਹੈ, ਇਹ ਦੇਸ਼ ਦਾ ਆਵਾਮ ਤੁਹਾਡਾ ਹੈ, ਤੁਸੀਂ ਇੱਥੋਂ ਦੇ ਮੁਖੀ ਹੋ। ਤੇ ਕਿਸਾਨ ਅੰਦੋਲਨਾਂ ਸਾਥੀਆਂ ਨੂੰ, ਵੀਰਾਂ ਨੂੰ, ਜਥੇਬੰਦੀਆਂ ਨੂੰ ਮੈਂ ਫੇਰ ਕਹਿਣਾ ਅੱਜ ਕਿ ਤੁਸੀਂ ਸੰਵਿਧਾਨ ਨੂੰ ਬਚਾਉਣਾ ਪੈਣਾ। ਕਿਸਾਨ ਅੰਦੋਲਨ ਤਾਂ ਕਾਮਯਾਬ ਹੈ ਜੇ ਸੰਵਿਧਾਨ ਕਾਮਯਾਬ ਹੈ। ਦੇਖੋ ਇਹ ਜਿਹੜਾ ਸਾਡਾ ਸੰਵਿਧਾਨ ਹੈ, ਇਹ ਸੰਵਿਧਾਨ ਤੁਸੀਂ ਭੁੱਲ ਜਾਓ ਇਹ ਇੱਕ ਵਰਗ ਦਾ ਹੈ। ਜੇ ਕੋਈ ਮੰਤਰੀ ਬਣਦਾ, ਕੋਈ ਰਾਸ਼ਟਰਪਤੀ ਬਣਦਾ, ਪ੍ਰਧਾਨ ਮੰਤਰੀ ਬਣਦਾ, ਐਮਐਲਏ, ਉਹ ਇਹਦੀ ਸ਼ਪਥ ਲੈਂਦਾ, ਇਹਦੀ ਕਸਮ ਖਾਂਦਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਗੱਲ ਤੁਹਾਨੂੰ ਇਸ ਸੰਵਿਧਾਨ ਦੀ ਕਰਨੀ ਪੈਣੀ ਹੈ। ਇਹ ਸੰਵਿਧਾਨ ਹੈ ਤਾਂ ਕਿਸਾਨ ਹੈ, ਜੇ ਇਹ ਸੰਵਿਧਾਨ ਹੈ ਤਾਂ ਅੰਦੋਲਨ ਹੈ। ਜੇ ਇਹ ਸੰਵਿਧਾਨ ਖਤਮ ਕਰਤਾ ਤਾਂ ਤੁਹਾਡਾ ਅੰਦੋਲਨ ਖੇਰੂ ਹੋ ਜਾਊਗਾ। ਇਹ ਮਨੂਵਾਦੀ ਤਾਕਤਾਂ ਇਹ ਚੀਜ਼ ਦੇ ਮਗਰ ਪਈਆਂ। ਪਰ ਮੈਂ ਸਾਫ਼ ਤੌਰ ਤੇ ਕਿਸਾਨ ਅੰਦੋਲਨ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੀ ਲੜਾਈ ਲੜੋ, ਇਹਦੇ ਨਾਲ ਜਿਹੜੀ ਈਵੀਐਮ ਹੈ, ਈਵੀਐਮ ਦਾ ਜਿਹੜਾ ਤੁਸੀਂ ਵਿਰੋਧ ਕਰੋ। ਜਦੋਂ ਤੱਕ ਸਾਡੇ ਦੇਸ਼ 'ਚੋਂ ਈਵੀਐਮ ਨਹੀਂ ਜਾਂਦੀ, ਅਸੀਂ ਲੋਕਤੰਤਰ ਨੂੰ ਕਾਇਮ ਨਹੀਂ ਰੱਖ ਸਕਦੇ, ਆਪਣੀ ਵੋਟ ਨੂੰ ਕਾਇਮ ਨਹੀਂ ਰੱਖ ਸਕਦੇ। ਇਮਾਨਦਾਰੀ ਨਾਲ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਜਿਹੜੇ ਕੈਂਡੀਡੇਟ ਨੂੰ ਅਸੀਂ ਆਪਣੀ ਮਤ ਦਾ ਇਸਤੇਮਾਲ ਕੀਤਾ ਉਹਨੂੰ ਗਈ ਹੈ। ਇਹ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਈਵੀਐਮ ਜਿਹੜੀ ਸਾਡੇ ਤੋਂ ਨਹੀਂ ਜਾਂਦੀ। ਮੈਂ ਕਿਸਾਨ ਅੰਦੋਲਨਾਂ ਨੂੰ, ਜਿੰਨੇ ਬਹੁਗਿਣਤੀ ਸ਼ਡਿਊਲ ਕਾਸਟ ਹਰ ਭਾਈਚਾਰੇ ਨੂੰ ਕਹਿ ਰਿਹਾ, ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਈਵੀਐਮ ਪੰਜਾਬ ਦੇ ਵਿੱਚ ਐਂਟਰ ਨਾ ਕੀਤੀ ਜਾਵੇ। ਇਹ ਮੈਂ ਦਾਅਵੇ ਨਾਲ ਕਹਿ ਰਿਹਾ। ਨਿਰਪੱਖ ਚੋਣ ਹੋਊਗੀ, ਵੋਟ ਦਾ ਸਹੀ ਇਸਤੇਮਾਲ ਹੋਊਗਾ ਜੇ ਈਵੀਐਮ ਨਾ ਆਊਗੀ। ਜਿੱਥੇ ਅੰਦੋਲਨ ਚੱਲ ਸਕਦਾ ਤਾਂ ਉੱਥੇ ਈਵੀਐਮ ਵੀ ਬੰਦ ਹੋ ਸਕਦੀ ਹੈ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਆਪਦੇ ਵਿਚਾਰ ਦੱਸੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ।